दिवजोत अकैडमी देख रहे सारे ही दर्शकों ਨੂੰ ਮੇਰੇ ਵੱਲੋਂ यानी कि मनप्रीत कौर ਵੱਲੋਂ प्यार भरी सत श्री अकाल। ਅੱਜ ਅਸੀਂ जिस विषय ਤੇ ਤੁਹਾਡੇ ਲਈ ਵੀਡੀਓ ਲੈ ਕੇ ਆਏ ਆ ਉਹ ਵੀਡੀਓ UGC NET DSSB PSSB ਤੇ ਇਸ ਤੋਂ ਇਲਾਵਾ ਪੰਜਾਬੀ ਦੇ ਵਿੱਚ ਲਏ ਜਾਂਦੇ ਜਿੰਨੇ ਵੀ ਪੇਪਰ ਨੇ ਉਹਨਾਂ ਸਾਰਿਆਂ ਦੇ ਲਈ ਬਹੁਤ ਹੀ ਲਾਹੇਵੰਦ ਹੈ। ਅੱਜ ਅਸੀਂ ਤੁਹਾਡੇ ਲਈ ਵਿਸ਼ਾ ਲੈ ਕੇ ਆਏ ਆ ਜੀ ਨੌਮ ਚਮਸਕੀ ਦਾ ਭਾਸ਼ਾਈ ਮਾਡਲ ਰੂਪਾਂਤਰੀ ਵਿਆਕਰਨ। ਇਹ ਵਿਸ਼ਾ ਅਕਸਰ ਹੀ ਵਿਦਿਆਰਥੀਆਂ ਨੂੰ ਔਖਾ ਲੱਗਦਾ ਹੈ ਪਰ ਇਹ ਇੰਨਾ ਔਖਾ ਵਿਸ਼ਾ ਨਹੀਂ ਹੈ। ਜੇ ਇਹਨੂੰ ਅਸੀਂ ਧਿਆਨ ਨਾਲ ਸਮਝਾਂਗੇ ਤਾਂ ਸਾਨੂੰ ਸਮਝ ਆ ਜਾਵੇਗੀ। ਸ਼ੁਰੂ ਕਰਦੇ ਹਾਂ ਸਾਡਾ ਅੱਜ ਦਾ ਵਿਸ਼ਾ। ਨੌਮ ਚਮਸਕੀ ਦੀ ਕਿਤਾਬ ਸਿੰਟੈਕਟਿਕ ਸਟਰਕਚਰਸ, ਇਹ ਕਿਤਾਬ ਛਪੀ 1957 ਦੇ ਵਿੱਚ। ਇਸ ਤੋਂ ਪਹਿਲਾਂ ਸਸਿਓਰ ਦਾ ਭਾਸ਼ਾ ਮਾਡਲ ਜਿਹੜਾ ਆ ਚੁੱਕਿਆ ਸੀਗਾ। ਇਹਦੇ ਤੋਂ ਬਾਅਦ ਮੰਨਿਆ ਜਾਂਦਾ ਕਿ ਸਸਿਓਰ ਦੇ ਭਾਸ਼ਾਈ ਮਾਡਲ ਤੋਂ ਬਾਅਦ ਨੌਮ ਚਮਸਕੀ ਦੀ ਇਹ ਕਿਤਾਬ ਜਿਹੜੀ ਆ ਭਾਸ਼ਾ ਵਿਗਿਆਨ ਦੇ ਖੇਤਰ 'ਚ ਬਹੁਤ ਵੱਡੀ ਕ੍ਰਾਂਤੀ ਸੀ। ਇਹਦੇ ਬਾਰੇ ਇਹ ਵੀ ਕਿਹਾ ਜਾਂਦਾ ਕਿ ਪਾਣਿਨੀ ਦੇ ਅਸ਼ਟਾ ਅਧਿਆਏ ਤੋਂ ਬਾਅਦ ਇਹ ਸਭ ਤੋਂ ਵੱਡੀ ਦੇਣ ਸੀ ਭਾਸ਼ਾ ਵਿਗਿਆਨ ਨੂੰ। ਅਸੀਂ ਜੋ ਅੱਜ ਤੁਹਾਨੂੰ ਵਿਸ਼ਾ ਕਰਾ ਰਹੇ ਆ ਇਹ ਅਸੀਂ ਡਾਕਟਰ ਜੋਗਾ ਸਿੰਘ ਦੇ ਲਿਖੇ ਆਰਟੀਕਲ ਰੂਪਾਂਤਰੀ ਵਿਆਕਰਨ ਜੋ ਕਿ ਨੌਮ ਚਮਸਕੀ ਦੇ ਭਾਸ਼ਾਈ ਮਾਡਲ ਨੂੰ ਦਰਸਾਉਂਦਾ ਹੈ ਉਹਦੇ ਆਧਾਰ ਦੇ ਉੱਤੇ ਇਹ ਅੱਜ ਦਾ ਵਿਸ਼ਾ ਤੁਹਾਨੂੰ ਕਰਵਾਇਆ ਜਾ ਰਿਹਾ। ਤਾਂ ਇਹ ਕਿਤਾਬ 1957 ਦੇ ਵਿੱਚ ਛਪਦੀ ਹੈ। ਇਸ ਕਿਤਾਬ ਦੇ ਨਾਲ ਕੀ ਹੁੰਦਾ ਹੈ ਕਿ ਭਾਸ਼ਾ ਵਿਗਿਆਨ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਕਮੀਆਂ ਸੀ ਜਿਨ੍ਹਾਂ ਦਾ ਉੱਤਰ ਭਾਸ਼ਾ ਵਿਗਿਆਨ ਦੇਣ ਦੇ ਸਮਰੱਥ ਨਹੀਂ ਸੀ। ਉਹਨਾਂ ਸਾਰੀਆਂ ਊਣਤਾਈਆਂ ਨੂੰ ਜਾਂ ਕਹਿ ਲਓ ਉਹਨਾਂ ਸਾਰੀਆਂ ਕਮੀਆਂ ਦੇ ਹੱਲ ਨੌਮ ਚਮਸਕੀ ਨੇ ਲੱਭੇ। ਉਹ ਹੱਲ ਕਿਹੜੇ ਸਨ ਤੇ ਕਿਹੜੀਆਂ-ਕਿਹੜੀਆਂ ਗੱਲਾਂ ਜਿਨ੍ਹਾਂ ਦਾ ਭਾਸ਼ਾ ਵਿਗਿਆਨ ਉੱਤਰ ਨਹੀਂ ਦੇ ਪਾਉਂਦੀ ਸੀ ਉਹਨਾਂ ਦੇ ਬਾਰੇ ਹੁਣ ਅਸੀਂ ਵਿਚਾਰ ਚਰਚਾ ਕਰਾਂਗੇ। ਇਸ ਕਿਤਾਬ ਦੇ ਆਉਣ ਤੋਂ ਪਹਿਲਾਂ ਭਾਸ਼ਾ ਵਿਗਿਆਨ ਨਿਕਟੰਗ ਵਿਸ਼ਲੇਸ਼ਣ ਵਿਧੀ ਰਾਹੀਂ ਸਾਰੀ ਦੀ ਸਾਰੀ ਗ੍ਰਾਮਰ ਨੂੰ ਸਮਝਦੀ ਸੀ। ਵਿਆਕਰਨ ਸਾਰੀ ਦੀ ਸਾਰੀ ਅਸੀਂ ਨਿਕਟੰਗ ਵਿਸ਼ਲੇਸ਼ਣ ਵਿਧੀ ਰਾਹੀਂ ਸਮਝਦੇ ਸੀ। ਨਿਕਟੰਗ ਵਿਸ਼ਲੇਸ਼ਣ ਵਿਧੀ ਕੀ ਸੀ ਕਿ ਜਿੱਦਾਂ ਇੱਕ ਵਾਕ ਹੈ ਛੋਟਾ ਮੁੰਡਾ ਚੰਗਾ ਕੰਮ ਕਰਦਾ ਹੈ, ਇਹ ਸਾਰੇ ਦੇ ਸਾਰੇ ਵਾਕ ਨੂੰ ਇਹ ਛੋਟੇ-ਛੋਟੇ ਖੰਡਾਂ ਦੇ ਵਿੱਚ ਵੰਡ ਕੇ ਅਸੀਂ ਪਹਿਲਾਂ ਵੇਖਦੇ ਸੀ। ਜਿਵੇਂ ਪਹਿਲਾਂ ਇਹ ਪੂਰਾ ਇੱਕ ਵਾਕ ਆ ਛੋਟਾ ਮੁੰਡਾ ਚੰਗਾ ਕੰਮ ਕਰਦਾ ਹੈ, ਇਹ ਇੱਕ ਵਾਕ ਆ। ਇਹਨੂੰ ਪਹਿਲਾਂ ਅਸੀਂ ਦੋ ਖੰਡਾਂ ਦੇ ਵਿੱਚ ਵੰਡ ਕੇ ਵੇਖਦੇ ਹਾਂ। ਪਹਿਲਾ ਹੈ ਛੋਟਾ ਮੁੰਡਾ, ਇਹ ਨਾਂਵ ਵਾਕਾਂਸ਼ ਬਣ ਜਾਂਦਾ। ਚੰਗਾ ਕੰਮ ਕਰਦਾ ਹੈ, ਇਹ ਹੈ ਕਿਰਿਆ ਵਾਕਾਂਸ਼। ਕਿਰਿਆ ਵਾਕਾਂਸ਼ ਦੇ ਅੱਗੋਂ ਹੋਰ ਦੋ ਟੁਕੜੇ ਹੋ ਜਾਂਦੇ ਨੇ, ਇੱਕ ਨਾਂਵ ਵਾਕਾਂਸ਼, ਚੰਗਾ ਕੰਮ ਨਾਂਵ ਵਾਕਾਂਸ਼ ਬਣ ਜਾਂਦਾ ਤੇ ਕਰਦਾ ਹੈ ਕਿਰਿਆ ਵਾਕਾਂਸ਼। ਤਾਂ ਛੋਟਾ ਮੁੰਡਾ ਵੀ ਨਾਂਵ ਵਾਕਾਂਸ਼ ਹੈ, ਚੰਗਾ ਕੰਮ ਵੀ ਨਾਂਵ ਵਾਕਾਂਸ਼, ਉਸ ਤੋਂ ਬਾਅਦ ਕਰਦਾ ਹੈ ਕਿਰਿਆ ਵਾਕਾਂਸ਼। ਫਿਰ ਅਸੀਂ ਇਹਨੂੰ ਹੋਰ ਛੋਟੇ ਟੁਕੜਿਆਂ ਦੇ ਵਿੱਚ ਹੋਰ ਛੋਟੇ ਰੂਪ ਦੇ ਵਿੱਚ ਵੇਖਦੇ ਸੀ। ਜਿਵੇਂ ਛੋਟਾ ਸਾਨੂੰ ਪਤਾ ਹੈ ਕਿ ਵਿਸ਼ੇਸ਼ਤਾ, ਮੁੰਡੇ ਦੀ ਵਿਸ਼ੇਸ਼ਤਾ ਇਹ ਆ ਕਿ ਉਹ ਛੋਟਾ ਵਾ ਤਾਂ ਇਹ ਵਿਸ਼ੇਸ਼ਣ ਆ। ਉਸ ਤੋਂ ਬਾਅਦ ਮੁੰਡਾ ਜਿਹੜਾ ਇਹ ਨਾਂਵ ਸ਼ਬਦ ਆ। ਚੰਗਾ ਵੀ ਉਹਦੀ ਵਿਸ਼ੇਸ਼ਤਾ ਵਾ, ਉਹ ਕੰਮ ਮਾੜਾ ਨਹੀਂ ਕਰਦਾ ਚੰਗਾ ਕਰਦਾ। ਜੇ ਮਾੜਾ ਵੀ ਲਿਖਿਆ ਹੁੰਦਾ ਤਾਂ ਵੀ ਉਹਦੀ ਵਿਸ਼ੇਸ਼ਤਾ ਹੋਣੀ ਸੀ, ਤਾਂ ਇਹ ਵੀ ਵਿਸ਼ੇਸ਼ਣ ਹੈ। ਉਸ ਤੋਂ ਬਾਅਦ ਕੰਮ ਵੀ ਜਿਹੜਾ ਇਹ ਨਾਂਵ ਹੈ, ਕਰਦਾ ਕਿਰਿਆ ਵਾ ਤੇ ਹੈ ਜਿਹੜੀ ਉਹ ਸਹਾਇਕ ਕਿਰਿਆ। ਜਿਹੜੀ ਮੂਲ ਕਿਰਿਆ ਦੇ ਨਾਲ ਵਿਚਰਨ ਵਾਲੀ ਕਿਰਿਆ ਹੁੰਦੀ ਆ ਉਹਨੂੰ ਅਸੀਂ ਕਹਿੰਦੇ ਆ ਸਹਾਇਕ ਕਿਰਿਆ। ਛੋਟਾ ਮੁੰਡਾ ਚੰਗਾ ਕੰਮ ਕਰਦਾ ਹੈ, ਇਹਨੂੰ ਅਸੀਂ ਅਲੱਗ-ਅਲੱਗ ਇਕਾਈਆਂ ਦੇ ਵਿੱਚ ਵੰਡ ਕੇ ਇਹਦਾ ਵਿਸ਼ਲੇਸ਼ਣ ਕੀਤਾ ਜਿਹਨੂੰ ਕਹਿੰਦੇ ਨੇ ਨਿਕਟੰਗ ਵਿਸ਼ਲੇਸ਼ਣ ਵਿਧੀ। ਇਹ ਜਿਹੜੀ ਵਿਧੀ ਆ ਇਹਦੇ ਰਾਹੀਂ ਅਸੀਂ ਬਹੁਤ ਸਾਰੇ ਸਵਾਲਾਂ ਦੇ ਹੱਲ ਨਹੀਂ ਲੱਭ ਪਾਉਂਦੇ ਸੀ। ਉਹ ਕਿਹੜੇ-ਕਿਹੜੇ ਸਵਾਲ ਸੀ ਜਿਹੜੇ ਇਸ ਵਿਧੀ ਰਾਹੀਂ ਸਾਨੂੰ ਨਹੀਂ ਪਤਾ ਲੱਗਦੇ ਸੀ, ਉਹਨਾਂ ਬਾਰੇ ਜਾਣਦੇ ਹਾਂ। ਪਹਿਲਾ ਹੈ ਖੰਡਿਤ ਇਕਾਈਆਂ। ਖੰਡਿਤ ਇਕਾਈਆਂ ਜਿਹੜੀਆਂ ਨੇ ਉਹ ਇਕਾਈਆਂ ਨੇ ਅਸੀਂ ਕਈ ਵਾਰ ਦੇਖਦੇ ਹਾਂ ਕਿ ਵਾਕ ਦੇ ਵਿੱਚ ਕੁਝ ਇਕਾਈਆਂ ਇਧਰੋਂ ਉਧਰ ਹੋਈਆਂ ਹੁੰਦੀਆਂ ਨੇ। ਇਹਨਾਂ ਇਕਾਈਆਂ ਨੂੰ ਅਸੀਂ ਖੰਡਿਤ ਇਕਾਈਆਂ ਕਹਿੰਦੇ ਆ। ਇਹਦੀਆਂ ਉਦਾਹਰਨਾਂ ਸਾਨੂੰ ਅੰਗਰੇਜ਼ੀ ਦੇ ਕਈ ਸ਼ਬਦਾਂ ਦੇ ਵਿੱਚ ਮਿਲਦੀਆਂ ਨੇ। ਜਿਵੇਂ ਇੱਥੇ ਦੋ ਐਗਜ਼ਾਮਪਲਸ ਨੇ, ਹੀ ਰੈਂਗ ਮੀ ਅਪ, ਹੀ ਸਵਿਚਡ ਦਾ ਫੈਨ ਆਫ। ਅਸੀਂ ਜਾਣਦੇ ਹਾਂ ਕਿ ਇੱਥੇ ਰੈਂਗ ਦਾ ਜਿਹੜਾ ਸੰਬੰਧ ਆ ਅਪ ਨਾਲ ਪਹਿਲਾਂ ਬਣ ਰਿਹਾ, ਜਾਣੀ ਕਿ ਇਹਦਾ ਜਿਹੜਾ ਸਹੀ ਸੈਂਟੈਂਸ ਹੋਣਾ ਚਾਹੀਦਾ ਸੀ ਉਹ ਹੋਣਾ ਚਾਹੀਦਾ ਸੀ ਹੀ ਰੈਂਕ ਅਪ ਮੀ। ਪਰ ਇੱਥੇ ਮੀ ਸ਼ਬਦ ਵਿਚਕਾਰ ਕਿਉਂ ਆਇਆ ਇਹਦੇ ਬਾਰੇ ਜਿਹੜੀ ਨਿਕਟੰਗ ਵਿਸ਼ਲੇਸ਼ਣ ਵਿਧੀ ਆ ਉਹ ਸਾਨੂੰ ਕੋਈ ਉੱਤਰ ਨਹੀਂ ਦਿੰਦੀ ਸੀ। ਇਸੇ ਤਰ੍ਹਾਂ ਹੀ ਸਵਿਚਡ ਦਾ ਫੈਨ ਆਫ, ਇੱਥੇ ਦਾ ਆਫ ਨਾਲੋਂ ਸਵਿਚਡ ਦਾ ਜਿਹੜਾ ਸੰਬੰਧ ਆ ਉਹ ਆਫ ਨਾਲ ਪਹਿਲਾਂ ਵਾ, ਦਾ ਫੈਨ ਨਾਲ ਨਹੀਂ ਆ। ਪਰ ਇੱਥੇ ਦਾ ਫੈਨ ਕਿਉਂ ਆ ਰਿਹਾ ਇਹਦੇ ਬਾਰੇ ਵੀ ਨਿਕਟੰਗ ਵਿਸ਼ਲੇਸ਼ਣ ਵਿਧੀ ਸਾਨੂੰ ਕੋਈ ਵੀ ਗੱਲ ਜਿਹੜੀ ਆ ਉਹ ਨਹੀਂ ਦੱਸ ਪਾਉਂਦੀ। ਹੁਣ ਅਸੀਂ ਦੇਖਦੇ ਹਾਂ ਲੁਪਤ ਇਕਾਈਆਂ ਨੂੰ। ਲੁਪਤ ਇਕਾਈਆਂ ਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਉਹ ਭਾਸ਼ਾ ਵਿਗਿਆਨ ਦੀ ਸਮਝ ਤੋਂ ਪਰੇ ਦੀਆਂ ਸੀ। ਜਿਵੇਂ ਮੈਂ ਪਾਣੀ ਪੀਤਾ, ਮੈਂ ਚਾਹ ਪੀਤੀ। ਜੇ ਅਸੀਂ ਇਹਨਾਂ ਦੋਨਾਂ ਵਾਕਾਂ ਨੂੰ ਵੇਖੀਏ ਤਾਂ ਇਹਦੇ ਵਿੱਚ ਜਿਹੜਾ ਕਰਮ ਕਿਰਿਆ ਵਾ ਉਹਦਾ ਸੰਬੰਧ ਕਰਮ ਨਾਲ ਬਣ ਰਿਹਾ। ਮੈਂ ਪਾਣੀ ਪੀਤਾ ਕਿਉਂਕਿ ਇੱਥੇ ਪਾਣੀ ਜਿਹੜਾ ਪੁਲਿੰਗ ਰੂਪ ਦੇ ਵਿੱਚ ਆ ਤਾਂ ਇਸ ਕਰਕੇ ਕਿਰਿਆ ਵੀ ਪੁਲਿੰਗ ਰੂਪ ਦੇ ਵਿੱਚ ਆ। ਮੈਂ ਚਾਹ ਪੀਤੀ
क्योंकि चा इस्त्री लिंग दे रूप चा कर्म इस्त्री लिंग आ, इसलिए किरिया भी इस्त्री लिंग आ। ਅਸੀਂ ਜਾਣਦੇ ਹਾਂ ਕਿ ਪੰਜਾਬੀ ਭਾਸ਼ਾ ਦੀ ਜਿਹੜੀ ਵਾਕ ਬਣਤਰ ਹੈ ਉਹ ਹੈ ਕਰਤਾ ਪਲੱਸ ਕਰਮ ਪਲੱਸ ਕਿਰਿਆ। ਕਰਤਾ ਕਰਮ ਤੇ ਕਿਰਿਆ ਦੇ ਜੋੜ ਮੇਲ ਤੋਂ ਅਸੀਂ ਵਾਕ ਜਿਹੜਾ ਉਹਨੂੰ ਬਣਾਉਂਦੇ ਆ। ਤਾਂ ਕਰਤਾ ਹੁੰਦਾ ਕੰਮ ਨੂੰ ਕਰਨ ਵਾਲਾ, ਕਰਮ ਹੁੰਦਾ ਜਿਹਦੇ ਉੱਪਰ ਕੰਮ ਹੋ ਰਿਹਾ, ਤੇ ਕਿਰਿਆ ਹੁੰਦੀ ਹੈ ਜਿਹ ਤੋਂ ਕੰਮ ਦੇ ਹੋਣ ਦਾ ਸਾਨੂੰ ਪਤਾ ਲੱਗਦਾ। ਤਾਂ ਕਰਤਾ ਕਰਮ ਤੇ ਕਿਰਿਆ ਦੇ ਸੁਮੇਲ ਦੇ ਨਾਲ ਜਿਹੜੀ ਆ ਵਾਕ ਬਣਤਰ ਬਣਦੀ ਆ। ਮੈਂ ਪਾਣੀ ਪੀਤਾ ਦੇ ਵਿੱਚ ਇੱਥੇ ਕਰਤਾ ਦੇ ਨਾਲ ਸੰਬੰਧ ਨਾ ਹੋ ਕੇ ਕਿਰਿਆ ਦਾ ਹੈਗਾ ਕਰਮ ਦੇ ਨਾਲ ਸੰਬੰਧ। ਇੱਥੇ ਵੀ ਕਰਮ ਦੇ ਨਾਲ ਹੀ ਸੰਬੰਧ ਆ ਦੂਸਰੇ ਵਾਕ ਦੇ ਵਿੱਚ। ਪਰ ਜਦੋਂ ਅਸੀਂ ਤੀਸਰਾ ਤੇ ਚੌਥਾ ਵਾਕ ਦੇਖਦੇ ਹਾਂ, ਮੈਂ ਘਰ ਗਿਆ, ਮੈਂ ਘਰ ਗਈ, ਤਾਂ ਇੱਥੇ ਕਿਰਿਆ ਦਾ ਜਿਹੜਾ ਸੰਬੰਧ ਆ ਉਹ ਕਰਮ ਨਾਲ ਨਾ ਹੋ ਕੇ ਕਰਤਾ ਦੇ ਨਾਲ ਬਣ ਰਿਹਾ। ਕਿਉਂਕਿ ਮੈਂ ਇੱਥੇ ਜਿਹੜਾ ਮੈਂ ਆ ਉਹ ਪੁਲਿੰਗ ਆ, ਮਰਦ ਆ, ਇਸ ਲਈ ਗਿਆ ਹੋ ਗਿਆ, ਮੈਂ ਘਰ ਗਿਆ, ਤੇ ਇੱਥੇ ਜਿਹੜੀ ਮੈਂ ਆ ਉਹ ਇਸਤਰੀ ਲਿੰਗ ਆ, ਇਸ ਲਈ ਗਈ ਹੋ ਗਿਆ। ਕਿਰਿਆ ਜਿਹੜੀ ਆ ਉਹ ਗਈ ਰੂਪ ਦੇ ਵਿੱਚ ਵਟ ਗਈ। ਹੁਣ ਇੱਥੇ ਇਹ ਤੇ ਇਹ ਜਿਹੜਾ ਸਵਾਲ ਆ, ਜੇ ਅਸੀਂ ਇਹਨੂੰ ਇਸੇ ਤਰੀਕੇ ਦੇ ਨਾਲ ਪੰਜਵੇਂ ਤੇ ਛੇਵੇਂ ਵਾਕ ਦੇ ਵਿੱਚ ਦੇਖੀਏ, ਮੈਂ ਪਾਣੀ ਪੀਤੀ, ਮੈਂ ਚਾਹ ਪੀਤਾ, ਜੇ ਅਸੀਂ ਕਿਰਿਆ ਦਾ ਸੰਬੰਧ ਕਰਤਾ ਦੇ ਨਾਲ ਕਰ ਦਈਏ, ਕਿਉਂਕਿ ਕੁੜੀ ਨੇ ਪਾਣੀ ਪੀਤਾ ਇਸ ਲਈ ਉਹ ਪੀਤੀ ਬਣ ਜਾਵੇ, ਤਾਂ ਇਹ ਸਾਡਾ ਗਲਤ ਹੋ ਜਾਊਗਾ। ਮੈਂ ਚਾਹ ਪੀਤਾ ਵੀ ਗਲਤ ਹੋ ਜਾਊਗਾ। ਹੁਣ ਇਹ ਗਲਤ ਕਿਉਂ ਹੋ ਰਿਹਾ ਵਾ, ਤੇ ਇਹਦਾ ਸੰਬੰਧ ਜਿਹੜਾ ਉਹ ਕਰਮ ਨਾਲ ਕਿਉਂ ਬਣ ਰਿਹਾ, ਤੇ ਇਹ ਵਾਲੇ ਵਾਕ ਦੇ ਵਿੱਚ ਸੰਬੰਧ ਜਿਹੜਾ ਉਹ ਕਰਤਾ ਨਾਲ ਕਿਉਂ ਬਣ ਰਿਹਾ, ਇਹਦੇ ਬਾਰੇ ਵੀ ਜਿਹੜੀ ਆ ਭਾਸ਼ਾ ਵਿਗਿਆਨ ਸਾਨੂੰ ਕੋਈ ਉੱਤਰ ਨਹੀਂ ਦਿੰਦੀ ਸੀ, ਜਿਹਦਾ ਬਾਅਦ ਦੇ ਵਿੱਚ ਨੌਮ ਚਮਸਕੀ ਸਾਨੂੰ ਉੱਤਰ ਦਿੰਦਾ। ਉਹ ਕੀ ਉੱਤਰ ਦਿੰਦਾ ਇਹ ਅਸੀਂ ਬਾਅਦ ਚ ਕਰਾਂਗੇ। ਪਹਿਲਾਂ ਅਸੀਂ ਸਮੱਸਿਆਵਾਂ ਜਿਹੜੀਆਂ ਭਾਸ਼ਾ ਵਿਗਿਆਨ ਦੇ ਵਿੱਚ ਸਾਨੂੰ ਪਹਿਲਾਂ ਆਉਂਦੀਆਂ ਸੀ ਉਹਦੇ ਬਾਰੇ ਗੱਲਬਾਤ ਕਰ ਰਹੇ ਹਾਂ। ਅਗਲਾ ਹੈ ਜੀ ਵਿਸਥਾਪਿਤ ਇਕਾਈਆਂ। ਵਿਸਥਾਪਿਤ ਇਕਾਈਆਂ ਦੇ ਵਿੱਚ ਕੁਝ ਕੁ ਜਿਹੜੀਆਂ ਸਾਡੇ ਕੁਝ ਕੁ ਸ਼ਬਦ ਨੇ ਉਹ ਅੱਗੇ ਪਿੱਛੇ ਹੋ ਜਾਂਦੇ ਨੇ। ਉਹ ਅੱਗੇ ਪਿੱਛੇ ਕਿਉਂ ਹੋ ਜਾਂਦੇ ਨੇ ਇਹਦੇ ਬਾਰੇ ਵੀ ਭਾਸ਼ਾ ਵਿਗਿਆਨ ਸਾਨੂੰ ਨਹੀਂ ਦੱਸ ਪਾਉਂਦੀ ਸੀ। ਜਿਵੇਂ ਮੈਂ ਦਿੱਲੀ ਵਿੱਚ ਸ਼ਾਮ ਨੂੰ ਮਿਲਿਆ, ਪਹਿਲਾ ਸ਼ਬਦ ਆ। ਦੂਸਰਾ ਹੈ ਦਿੱਲੀ ਵਿੱਚ ਮੈਂ ਸ਼ਾਮ ਨੂੰ ਮਿਲਿਆ। ਇਹ ਹੁਣ ਦੋਨੇ ਗੱਲਾਂ ਹੈ ਤਾਂ ਸੇਮ ਨੇ, ਪਰ ਇੱਥੇ ਜਿਹੜਾ ਵਾ ਵਾਕ ਵਿਸਥਾਪਿਤ ਹੋ ਰਿਹਾ। ਮੈਂ ਦਿੱਲੀ ਵਿੱਚ ਜਿਹੜਾ ਵਾ ਮੈਂ ਪਿੱਛੇ ਜਾ ਰਿਹਾ, ਤੇ ਦਿੱਲੀ ਵਿੱਚ ਜਿਹੜਾ ਉਹ ਮੁੱਖ ਥਾਂ ਦੇ ਉੱਤੇ ਆ ਰਿਹਾ। ਇਹ ਕਿਉਂ ਹੋ ਰਿਹਾ ਇਹਦੇ ਬਾਰੇ ਵੀ ਭਾਸ਼ਾ ਵਿਗਿਆਨ ਜਿਹੜੀ ਹੈ ਸਾਨੂੰ ਉੱਤਰ ਦੇਣ ਤੋਂ ਅਸਮਰੱਥ ਸੀ। ਅਗਲਾ ਹੈ ਜੀ ਅੰਤਰਵਾਕੀ ਸੰਬੰਧ। ਅੰਤਰਵਾਕੀ ਸੰਬੰਧਾਂ ਦੇ ਬਾਰੇ ਵੀ ਭਾਸ਼ਾ ਵਿਗਿਆਨ ਦੇ ਕੋਲੇ ਕੋਈ ਢੁਕਵਾਂ ਉੱਤਰ ਨਹੀਂ ਸੀ। ਪਾਣੀ ਰਾਮ ਨੇ ਪੀਤਾ, ਇਹ ਰਾਮ ਸੀ ਜਿਸਨੇ ਪਾਣੀ ਪੀਤਾ। ਇਹਦੇ ਬਾਰੇ ਵੀ ਕਿ ਇਸ ਤਰ੍ਹਾਂ ਵਾਕ ਦੀ ਬਣਤਰ ਕਿਉਂ ਬਦਲ ਰਹੀ ਹੈ, ਇਹਦੇ ਬਾਰੇ ਵੀ ਭਾਸ਼ਾ ਵਿਗਿਆਨ ਜਿਹੜੀ ਆ ਉਹ ਨਿਰਉੱਤਰ ਸੀ। ਇਹਨਾਂ ਸਾਰੀਆਂ ਕਮੀਆਂ ਨੂੰ ਦੇਖਦੇ ਹੋਏ ਨੌਮ ਚਮਸਕੀ ਨੇ ਆਪਣਾ ਇੱਕ ਅਧਿਐਨ ਮਾਡਲ, ਇੱਕ ਭਾਸ਼ਾਈ ਮਾਡਲ ਪੇਸ਼ ਕੀਤਾ, ਜਿਹਦੇ ਵਿੱਚ ਉਹਨੇ ਇਹਨਾਂ ਸਾਰੀਆਂ ਉਣਤਾਈਆਂ ਦੇ ਬਾਰੇ ਜਵਾਬ ਦਿੱਤੇ ਤੇ ਦੱਸਿਆ ਕਿ ਇੱਕ ਵਾਕ ਦੇ ਵਿੱਚ ਕਿਹੜੀਆਂ ਲੁਪਤ ਇਕਾਈਆਂ ਕਾਰਜਸ਼ੀਲ ਹੁੰਦੀਆਂ ਨੇ, ਵਾਕ ਵਿਸਥਾਪਿਤ ਕਿਉਂ ਹੋ ਰਿਹਾ ਵਾ, ਜਾਂ ਅੰਤਰਵਾਕੀ ਵਾਕਾਂ ਦਾ ਕੀ ਸੰਬੰਧ ਜਿਹੜਾ ਉਹ ਬਣ ਰਿਹਾ। ਇਹਦੇ ਲਈ ਉਹਨੇ ਜਿਹੜਾ ਮਾਡਲ ਦਿੱਤਾ ਉਹਦੀ ਅਸੀਂ ਚਰਚਾ ਕਰਾਂਗੇ। ਇਸ ਮਾਡਲ ਨੂੰ ਅਸੀਂ ਰੂਪਾਂਤਰੀ ਵਿਆਕਰਨ ਦੇ ਨਾਮ ਨਾਲ ਜਾਣਦੇ ਹਾਂ। ਨੌਮ ਚਮਸਕੀ ਦਾ ਇਹ ਮੰਨਣਾ ਹੈ ਕਿ ਭਾਸ਼ਾ ਦੀ ਜਿਹੜੀ ਘਾੜਤ ਹੈ ਜਾਂ ਵਾਕ ਦੀ ਜਿਹੜੀ ਘਾੜਤ ਹੈ ਉਹ ਇੱਕ ਤੋਂ ਵਧੇਰੇ ਤਲਾਂ ਦੇ ਉੱਤੇ ਹੁੰਦੀ ਹੈ। ਇੱਕ ਤਲ ਦੇ ਉੱਤੋਂ ਦੂਸਰੇ ਤਲ ਤੱਕ ਪਹੁੰਚਦਿਆਂ ਵਿਆਕਰਨ ਦੇ ਵਿੱਚ ਕੁਝ ਤਬਦੀਲੀਆਂ ਵਾਪਰਦੀਆਂ ਨੇ, ਜਾਂ ਵਾਕ ਦੀ ਘਾੜਤ ਦੇ ਅੰਦਰ ਕੁਝ ਤਬਦੀਲੀਆਂ ਵਾਪਰਦੀਆਂ ਨੇ, ਜਿਹਨੂੰ ਕਿ ਉਹ ਰੂਪਾਂਤਰਣ ਦਾ ਨਾਮ ਦਿੰਦਾ। ਤਾਂ ਉਹਦਾ ਇਹ ਮੰਨਣਾ ਹੈ ਨੌਮ ਚਮਸਕੀ ਦਾ ਕਿ ਵਾਕ ਜਿਹੜਾ ਵਾ ਇਹ ਇੱਕ ਤੋਂ ਵਧੇਰੇ ਤਲਾਂ ਦੇ ਉੱਤੇ ਜਿਹੜਾ ਵਾ ਵਿਚਰਦਾ, ਇਹਦੀ ਘਾੜਤ ਇੱਕ ਤੋਂ ਵਧੇਰੇ ਤਲਾਂ ਤੇ ਹੁੰਦੀ ਆ। ਤਾਂ ਪਹਿਲਾ ਤਲ ਆ ਜਿੱਥੋਂ ਵਾਕ ਘੜਿਆ ਜਾਂਦਾ ਵਾ ਉਹਨੂੰ ਉਹ ਡੀਪ ਸਟਰਕਚਰ ਜਾਂ ਆਰੰਭਿਕ ਬਣਤਰ ਦਾ ਨਾਮ ਦਿੰਦਾ। ਉਸ ਤੋਂ ਬਾਅਦ ਉਹਦੇ ਵਿੱਚ ਜਿਹੜਾ ਟਰਾਂਸਫਰਮੇਸ਼ਨ ਵਾਪਰਦੀ ਹੈ ਜਾਂ ਰੂਪਾਂਤਰਣ ਵਾਪਰਦਾ, ਜਿਹਦੇ ਨਾਲ ਉਹ ਸਾਡੀ ਅੰਤਕ ਬਣਤਰ ਤੱਕ ਪਹੁੰਚਦਾ, ਜਾਣੇ ਕਿ ਸਰਫੇਸ ਸਟਰਕਚਰ ਤੱਕ। ਅੱਜ ਅਸੀਂ ਜਿੰਨੇ ਵੀ ਵਾਕ ਵੇਖਦੇ ਹਾਂ, ਜਿੰਨੇ ਵੀ ਵਾਕਾਂ ਦੇ ਪੈਟਰਨ ਦੇਖਦੇ ਹਾਂ, ਉਹਨਾਂ ਦੀ ਘਾੜਤ ਪਹਿਲਾਂ ਹੋਰ ਤਰੀਕੇ ਨਾਲ ਹੋਈ ਹੋਵੇਗੀ ਤੇ ਸਮਾਂ ਪੈਣ ਤੇ ਉਹਨਾਂ ਵਿੱਚ ਰੂਪਾਂਤਰਣ ਵਾਪਰਿਆ, ਤਬਦੀਲੀ ਆਈ, ਜਿਹਦੇ ਕਰਕੇ ਅੱਜ ਸਾਡੇ ਕੋਲੇ ਉਹ ਵਾਕ ਜਿਹੜੇ ਆ ਅੰਤਕ ਬਣਤਰ ਜਾਂ ਸਰਫੇਸ ਸਟਰਕਚਰ ਤੇ ਆ ਕੇ ਸਾਨੂੰ ਮਿਲਦੇ ਨੇ। ਇਹ ਹੈ ਜੀ ਰੂਪਾਂਤਰੀ ਵਿਆਕਰਨ ਦਾ ਨਿਯਮ, ਜਿਹਦੇ ਵਿੱਚ ਅਸੀਂ ਇਹ ਤਿੰਨ ਚੀਜ਼ਾਂ ਆਰੰਭਕ ਬਣਤਰ, ਰੂਪਾਂਤਰਣ ਤੇ ਅੰਤਕ ਬਣਤਰ ਜਾਨੀ ਕਿ ਸਰਫੇਸ ਸਟਰਕਚਰ, ਇਹਦੇ ਬਾਰੇ ਗੱਲਬਾਤ ਕਰਨੀ ਆ ਜਾਂ ਇਹਨੂੰ ਸਮਝਣਾ। ਇਹਨੂੰ ਸਮਝਣ ਦੇ ਲਈ ਜਿਹੜਾ ਸ਼ਬਦ ਆ ਉਹ ਟੀ ਵਰਤਿਆ ਜਾਂਦਾ ਵਾ। ਕਈ ਵਾਰੀ ਪੇਪਰ ਦੇ ਵਿੱਚ ਪੁੱਛ ਲੈਂਦੇ ਨੇ ਕਿ ਕਿਹੜੇ ਚਿੰਨ੍ਹ ਦੇ ਨਾਲ ਰੂਪਾਂਤਰੀ ਨਿਯਮ ਜਿਹੜੇ ਆ ਦਰਸਾਏ ਜਾਂਦੇ ਨੇ।
ਤਾਂ ਟੀ ਸ਼ਬਦ ਦੇ ਨਾਲ ਇਹਨੂੰ ਅੰਕਿਤ ਕੀਤਾ ਜਾਂਦਾ ਵਾ। ਇਹ ਸਾਰਿਆਂ ਨੇ ਯਾਦ ਰੱਖਣਾ। ਹੁਣ ਅਸੀਂ ਸਮਝਦੇ ਹਾਂ ਜਿਹੜੀਆਂ ਅਸੀਂ ਮੁਸ਼ਕਿਲਾਂ ਦੀ ਪਹਿਲਾਂ ਗੱਲ ਕੀਤੀ ਕਿ ਭਾਸ਼ਾ ਵਿਗਿਆਨ ਇਹਨਾਂ ਸਵਾਲਾਂ ਦੇ ਜਵਾਬ ਦੇਣ ਤੋਂ ਅਸਮਰੱਥ ਸੀ, ਨੌਮ ਚਮਸਕੀ ਨੇ ਉਹਨਾਂ ਦੇ ਹੱਲ ਕਿਸ ਤਰ੍ਹਾਂ ਪੇਸ਼ ਕੀਤੇ ਤੇ ਉਹਨੂੰ ਕਿਸ ਤਰ੍ਹਾਂ ਰੂਪਾਂਤਰਣ ਵਿਧੀ ਦੇ ਰਾਹੀਂ ਦਰਸਾਇਆ। ਸਭ ਤੋਂ ਪਹਿਲਾਂ ਅਸੀਂ ਜਿਹੜਾ ਸ਼ਬਦ ਲਿਆ ਸੀ ਹੀ ਰੈਂਗ ਮੀ ਅਪ, ਹਨਾ। ਅਸੀਂ ਕਿਹਾ ਸੀਗਾ ਕਿ ਇੱਥੇ ਰੈਂਗ ਦਾ ਜਿਹੜਾ ਸੰਬੰਧ ਆ ਉਹ ਅਪ ਨਾਲ ਪਹਿਲਾਂ ਬਣਦਾ ਵਾ। ਤਾਂ ਨੌਮ ਚਮਸਕੀ ਦਾ ਇਹ ਮੰਨਣਾ ਵਾ ਕਿ ਪਹਿਲਾਂ ਜਿਹੜਾ ਇਹ ਆਰੰਭਕ ਬਣਤਰ ਦੇ ਉੱਤੇ ਵਾਕ ਸੀ ਉਹ ਬਿਲਕੁਲ ਇਸੇ ਤਰ੍ਹਾਂ ਹੀ ਸੀ, ਹੀ ਰੈਂਗ ਅਪ ਮੀ, ਮਤਲਬ ਇੱਥੇ ਮੀ ਜਿਹੜਾ ਪਿੱਛੇ ਆਉਂਦਾ ਸੀ ਤੇ ਅਪ ਪਹਿਲਾਂ ਆ ਰਿਹਾ ਸੀ। ਇਹਦੇ ਵਿੱਚ ਨਾਵ ਵਾਕੰਸ਼ ਵਿਸਥਾਪਨ ਵਾਪਰਦਾ ਹੈ। ਨਾਵ ਜਿਹੜਾ ਵਾ ਉਹ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਦੇ ਉੱਤੇ ਰੂਪਾਂਤਰਿਤ ਹੋ ਜਾਂਦਾ, ਟ੍ਰਾਂਸਫਰ ਹੋ ਜਾਂਦਾ, ਜਿਹਦੇ ਕਰਕੇ ਸਾਡੇ ਕੋਲ ਅੰਤਕ ਬਣਤਰ ਦੇ ਉੱਤੇ ਹੀ ਰੈਂਗ ਮੀ ਅਪ ਆਉਂਦਾ ਹੈ। ਮਤਲਬ ਕਿ ਪਹਿਲੇ ਧਰਾਤਲ ਤੇ ਇਹ ਵਾਕ ਜਿਹੜਾ ਇਸੇ ਤਰ੍ਹਾਂ ਹੀ ਹੋਵੇਗਾ, ਉਸ ਤੋਂ ਬਾਅਦ ਹੌਲੀ ਹੌਲੀ ਸਮੇਂ ਅਨੁਸਾਰ ਇਹਦੇ ਵਿੱਚ ਤਬਦੀਲੀ ਵਾਪਰਦੀ ਆ ਤੇ ਇਹ ਜਿਹੜਾ ਬਣ ਜਾਂਦਾ ਹੀ ਰੈਂਗ ਮੀ ਅਪ। ਇਸੇ ਤਰ੍ਹਾਂ ਇਹਨਾਂ ਨੇ ਖੰਡਿਤ ਇਕਾਈਆਂ ਦੀ ਜਿਹੜੀ ਇਹ ਪਰਿਭਾਸ਼ਾ ਵਾ ਉਹ ਦਿੱਤੀ। ਦੂਸਰਾ ਸਾਡੇ ਕੋਲ ਜਿਹੜਾ ਆ ਰਿਹਾ ਸੀ ਜਿਹਦੇ ਵਿੱਚ ਮੈਂ ਕਿਹਾ ਸੀਗਾ ਕਿ ਮੈਂ ਚਾਹ ਪੀਤੀ, ਇਹਦਾ ਜਿਹੜਾ ਸੰਬੰਧ ਆ ਉਹ ਕਰਤਾ ਨਾਲ ਨਾ ਹੋ ਕੇ ਕਰਮ ਨਾਲ ਕਿਉਂ ਆ। ਤੇ ਦੂਸਰਾ ਜਿਹੜਾ ਅਸੀਂ ਦੇਖਿਆ ਸੀ ਮੈਂ ਘਰ ਗਈ ਤੇ ਮੈਂ ਘਰ ਗਿਆ, ਉਹਦਾ ਕਰਤਾ ਨਾਲ ਕਿਉਂ ਸੀ। ਨੌਮ ਚਮਸਕੀ ਦਾ ਇਹ ਮੰਨਣਾ ਕਿ ਸਮਾਂ ਪੈ ਕੇ ਕੁਝ ਇਕਾਈਆਂ ਜਿਹੜੀਆਂ ਨੇ ਉਹ ਲੁਪਤ ਹੋ ਜਾਂਦੀਆਂ ਨੇ ਜਾਂ ਗੁੰਮ ਜਾਂਦੀਆਂ ਨੇ। ਉਹਨਾਂ ਲੁਪਤ ਇਕਾਈਆਂ ਨੂੰ ਲੱਭਣ ਤੇ ਸਾਨੂੰ ਇਹ ਜਿਹੜਾ ਸਵਾਲ ਆ ਇਹਦਾ ਹੱਲ ਮਿਲ ਜਾਂਦਾ। ਉਹਦਾ ਇਹ ਮੰਨਣਾ ਵਾ ਕਿ ਪਹਿਲੇ ਜਾਂ ਆਰੰਭਕ ਬਣਤਰ ਦੇ ਉੱਤੇ ਇਹ ਜਿਹੜਾ ਸ਼ਬਦ ਆ ਇਹਦੇ ਵਿੱਚ ਨੈ ਹੋਵੇਗਾ। ਨੈ ਤਾਂ ਅਸੀਂ ਜਾਣਦੇ ਹਾਂ ਕਿ ਨੈ ਜਿਹੜਾ ਇਹ ਨੈ ਸ਼ਬਦ ਜਿਹੜਾ ਸੰਬੰਧਕ ਆ, ਮੈਂ ਨੇ ਚਾਹ ਪੀਤੀ। ਇੱਥੇ ਅਸੀਂ ਜਾਣਦੇ ਹਾਂ ਕਿ ਪੰਜਾਬੀ ਭਾਸ਼ਾ ਦੇ ਵਿੱਚ ਜੇ ਕਰਤਾ ਤੋਂ ਬਾਅਦ ਸੰਬੰਧਕ ਆਵੇ, ਸੰਬੰਧਕੀ ਰੂਪ ਆਵੇ, ਕੋਈ ਵੀ ਆਵੇ, ਤਾਂ ਫਿਰ ਕਿਰਿਆ ਦਾ ਜਿਹੜਾ ਮੇਲ ਆ ਉਹ ਕਰਤਾ ਨਾਲ ਨਾ ਹੋ ਕੇ ਕਰਮ ਨਾਲ ਹੁੰਦਾ। ਤਾਂ ਨੌਮ ਚਮਸਕੀ ਦਾ ਇਹ ਮੰਨਣਾ ਕਿ ਅਜਿਹੇ ਵਾਕਾਂ ਦੇ ਵਿੱਚੋਂ ਨੇ ਸੰਬੰਧਕ ਜਿਹੜਾ ਵਾ ਉਹ ਗਾਇਬ ਹੋ ਜਾਂਦਾ, ਉਹ ਲੋਪ ਹੋ ਜਾਂਦਾ, ਜਿਹਦੇ ਕਰਕੇ ਸਾਡੇ ਕੋਲੇ ਅੰਤਕ ਬਣਤਰ ਦੇ ਉੱਤੇ, ਜਾਣੀ ਕਿ ਹੁਣ ਸਾਡੇ ਕੋਲੇ ਆਉਂਦਾ ਮੈਂ ਚਾਹ ਪੀਤੀ, ਮੈਂ ਪਾਣੀ ਪੀਤਾ। ਤਾਂ ਉਹ ਕਹਿੰਦਾ ਕਿ ਇਹਦੇ ਵਿੱਚ ਕੁਝ ਇਕਾਈਆਂ ਅਜਿਹੀਆਂ ਵੀ ਕਾਰਜਸ਼ੀਲ ਹੁੰਦੀਆਂ ਨੇ ਹਰ ਵਾਕ ਦੇ ਅੰਦਰ, ਜਿਹੜੀਆਂ ਕਿ ਸਾਨੂੰ ਦਿਖਣ ਦੇ ਪੱਧਰ ਤੇ ਨਹੀਂ ਦਿਖਦੀਆਂ, ਪਰ ਉਹਦੇ ਅੰਦਰ ਹੀ ਜਿਹੜੀਆਂ ਪਈਆਂ ਹੁੰਦੀਆਂ ਨੇ, ਸਮਾਂ ਪੈ ਕੇ ਉਹ ਲੁਪਤ ਹੋ ਜਾਂਦੀਆਂ ਨੇ, ਜਿਹਦੇ ਕਰਕੇ ਵਾਕ ਜਿਹੜਾ ਵਾ ਉਹ ਇਸ ਤਰ੍ਹਾਂ ਬਣਦਾ ਵਾ। ਇਸੇ ਕਰਕੇ ਨੇ ਸੰਬੰਧਕ ਹੋਣ ਦੇ ਕਰਕੇ ਇੱਥੇ ਕਰਤਾ ਦੀ ਜਗ੍ਹਾ ਕਰਮ ਦੇ ਨਾਲ ਕਿਰਿਆ ਦਾ ਮੇਲ ਹੋ ਰਿਹਾ ਵਾ। ਤਾਂ ਇਸ ਗੱਲ ਦਾ ਹੱਲ ਇਹਨਾਂ ਨੇ ਇਹ ਸੁਝਾਇਆ ਕਿ ਆਰੰਭਕ ਬਣਤਰ ਤੇ ਇਹ ਜਿਹੜਾ ਇਸੇ ਤਰ੍ਹਾਂ ਹੀ ਲਿਖਿਆ ਜਾਂਦਾ ਹੋਵੇਗਾ, ਮੈਂ ਨੇ ਚਾਹ ਪੀਤੀ, ਮੈਂ ਨੇ ਪਾਣੀ ਪੀਤਾ। ਸਮਾਂ ਪੈਣ ਤੇ ਨੇ ਜਿਹੜਾ ਉਹ ਲੋਪ ਹੋ ਗਿਆ, ਜਿਹਦੇ ਕਰਕੇ ਸ਼ਬਦ ਬਣ ਗਿਆ ਮੈਂ ਚਾਹ ਪੀਤੀ, ਮੈਂ ਪਾਣੀ ਪੀਤਾ। ਇਸੇ ਕਰਕੇ ਇੱਥੇ ਕਿਰਿਆ ਦਾ ਮੇਲ ਕਰਤਾ ਨਾਲ ਨਾ ਹੋ ਕੇ ਕਰਮ ਨਾਲ ਆ। ਅੱਗੇ ਚੱਲਦੇ ਹਾਂ। ਅਗਲਾ ਅਸੀਂ ਵਿਸਥਾਪਿਤ ਇਕਾਈਆਂ ਬਾਰੇ ਗੱਲ ਕੀਤੀ ਸੀਗੀ ਕਿ ਇਸ ਤਰ੍ਹਾਂ ਕਿਉਂ ਹੁੰਦਾ ਕਿ ਮੈਂ ਦਿੱਲੀ ਵਿੱਚ ਸ਼ਾਮ ਨੂੰ ਮਿਲਿਆ ਤੇ ਦਿੱਲੀ ਵਿੱਚ ਮੈਂ ਸ਼ਾਮ ਨੂੰ ਮਿਲਿਆ, ਇਹ ਕਿਉਂ ਵਿਸਥਾਪਿਤ ਹੋ ਰਹੀਆਂ ਨੇ ਇਕਾਈਆਂ। ਤਾਂ ਉਹਦਾ ਇਹ ਮੰਨਣਾ ਕਿ ਆਰੰਭਕ ਬਣਤਰ ਦੇ ਉੱਤੇ ਇਹ ਸ਼ਬਦ ਜਿਹੜਾ ਇਸੇ ਤਰ੍ਹਾਂ ਹੀ ਹੋਵੇਗਾ ਕਿ ਮੈਂ ਦਿੱਲੀ ਵਿੱਚ ਸ਼ਾਮ ਨੂੰ ਮਿਲਿਆ, ਪਰ ਸਮਾਂ ਪੈਣ ਤੇ ਹੌਲੀ ਹੌਲੀ ਦਿੱਲੀ ਵਿੱਚ ਜਿਹੜਾ ਉਹ ਵਾਕਾਂਸ਼ ਵਿਸਥਾਪਨ ਹੁੰਦਾ, ਇਹਦੇ ਵਿੱਚ ਟ੍ਰਾਂਸਫਰਮੇਸ਼ਨ ਵਾਪਰਦੀ ਹੈ, ਜਿਹਦੇ ਕਰਕੇ ਸ਼ਬਦ ਬਣ ਜਾਂਦਾ ਦਿੱਲੀ ਵਿੱਚ ਮੈਂ ਸ਼ਾਮ ਨੂੰ ਮਿਲਿਆ। ਸੋ ਇੱਥੇ ਵੀ ਜਿਹੜਾ ਰੂਪਾਂਤਰਣ ਦਾ ਨਿਯਮ ਆ ਉਹ ਕਾਰਜਸ਼ੀਲ ਆ। ਅੱਗੇ ਵਧਦੇ ਹਾਂ। ਅਗਲਾ ਜਿਹੜਾ ਸਾਡੇ ਕੋਲ ਸੀ ਅੰਤਰਵਾਕੀ ਸੰਬੰਧ। ਇਹਦੇ ਵਿੱਚ ਵੀ ਉਹਨੇ ਇਹੀ ਦੱਸਿਆ ਕਿ ਪਹਿਲਾਂ ਜਿਹੜਾ ਸ਼ਬਦ ਹੋਵੇਗਾ ਪਾਣੀ ਰਾਮ ਨੇ ਪੀਤਾ, ਉਸ ਤੋਂ ਬਾਅਦ ਇਹਦੇ ਵਿੱਚ ਤਬਦੀਲੀ ਵਾਪਰੀ, ਟ੍ਰਾਂਸਫਰਮੇਸ਼ਨ ਆਈ। ਟ੍ਰਾਂਸਫਰਮੇਸ਼ਨ ਰੂਲ ਦੇ ਆਉਣ ਦੇ ਨਾਲ ਇਹ ਰਾਮ ਸੀ ਜਿਸਨੇ ਪਾਣੀ ਪੀਤਾ। ਅੰਤਕ ਬਣਤਰ ਉੱਤੇ ਜਿਹੜਾ ਸਾਡੇ ਕੋਲੇ ਸ਼ਬਦ ਬਚਿਆ ਜਾਂ ਵਾਕ ਬਚਿਆ ਉਹ ਇਹ ਜਿਹੜਾ ਬਣ ਜਾਂਦਾ ਵਾ। ਤਾਂ ਇਹ ਹੈ ਜੀ ਨੌਮ ਚਮਸਕੀ ਦਾ ਭਾਸ਼ਾਈ ਮਾਡਲ, ਜਿਹਦੇ ਵਿੱਚ ਉਹ ਵੱਖਰੀਆਂ ਵੱਖਰੀਆਂ ਇਕਾਈਆਂ ਦੇ ਬਾਰੇ ਵੱਖਰੇ ਵੱਖਰੇ ਵਿਚਾਰ ਪੇਸ਼ ਕਰਦਾ। ਉਹਦਾ ਇਹ ਮੰਨਣਾ ਕਿ ਹਰੇਕ ਵਾਕ ਦੀ ਘਾੜਤ ਇੱਕ ਤੋਂ ਵਧੇਰੇ ਤਲਾਂ ਦੇ ਉੱਤੇ ਹੁੰਦੀ ਹੈ। ਇੱਕ ਵਾਕ ਦੀ ਘਾੜਤ ਆਰੰਭਿਕ ਬਣਤਰ ਦੇ ਵਿੱਚ ਜਾਂ ਜਦੋਂ ਵਾਕ ਜਿਹੜਾ ਉਹ ਬਣਿਆ ਸੀ ਉਦੋਂ ਕੁਝ ਹੋਰ ਹੁੰਦੀ ਆ। ਸਮਾਂ ਪਾ ਕੇ ਹੌਲੀ ਹੌਲੀ ਉਹਦੇ ਵਿੱਚੋਂ ਕੁਝ ਸ਼ਬਦ ਅਲੋਪ ਹੋ ਜਾਂਦੇ ਆ, ਕੁਝ ਸ਼ਬਦ ਵਿਸਥਾਪਿਤ ਹੋ ਜਾਂਦੇ ਆ, ਕੁਝ ਸ਼ਬਦ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਚਲੇ ਜਾਂਦੇ ਆ, ਜਿਹਦੇ ਕਰਕੇ ਜਿਹੜਾ ਸਾਡੇ ਕੋਲ ਹੁਣ ਪੈਟਰਨ ਬਣ ਰਿਹਾ ਵਾਕਾਂ ਦਾ ਉਹ ਸਾਡੇ ਸਾਹਮਣੇ ਆਉਂਦਾ ਵਾ। ਤਾਂ ਇਹਦੇ ਆਉਣ ਦੇ ਨਾਲ, ਇਸ ਰੂਲਸ ਦੇ ਆਉਣ ਦੇ ਨਾਲ ਸਾਨੂੰ ਅਸਲ ਸਮਝ ਆਇਆ ਕਿ ਕੋਈ ਵਾਕ ਕਿਸੇ ਚੀਜ਼ ਦੇ ਉੱਤੇ ਜਾਂ ਕਿਸੇ ਵਾਕ ਦਾ
कोई पैटर्न क्यों बदलिया या किसी पैटर्न पिछे कार्यशील ਜਿਹੜੇ सिद्धांत ने ਉਹ ਕੀ ਨੇ। ਇਹਦੇ ਤੋਂ ਇਲਾਵਾ ਨੌਮ ਚਮਸਕੀ ਨੇ ਹੋਰ ਵੀ ਕਾਫੀ ਸਾਰੇ ਜਿਹੜੇ ਆ ਸਾਨੂੰ ਪੈਟਰਨ ਦਿੱਤੇ, ਜਿਵੇਂ ਉਹਨਾਂ ਨੇ ਵਾਕ ਬਣਤਰ ਦੀ ਗੱਲ ਕੀਤੀ। ਵਾਕ ਬਣਤਰ ਦੇ ਨਿਯਮ ਦੇ ਬਾਰੇ ਅਸੀਂ ਇਹ ਦੋ ਜਿਹੜਾ ਅਸੀਂ ਚਾਰਟ ਬਣਾਏ ਨੇ ਇਹਨਾਂ ਦੇ ਰਾਹੀਂ ਸਮਝਦੇ ਹਾਂ। ਪਹਿਲਾ ਸੈਂਟੈਂਸ ਹੈ ਜੋਗਿੰਦਰ ਕੰਮ ਕਰਦਾ ਸੀ ਤੇ ਦੂਜਾ ਸੈਂਟੈਂਸ ਹੈ ਜੋਗਿੰਦਰ ਕੰਮ ਕਰ ਸਕਦਾ ਸੀ। ਹੁਣ ਇਹਨਾਂ ਨੂੰ ਅਸੀਂ ਦੋ ਤਰੀਕਿਆਂ ਦੇ ਨਾਲ ਦੇਖ ਸਕਦੇ ਹਾਂ। ਕੁਝ ਭਾਸ਼ਾ ਵਿਗਿਆਨੀਆਂ ਦਾ ਇਹ ਮੰਨਣਾ ਵੀ ਇਹਦੇ ਵਿੱਚ ਜਿਹੜਾ ਕਰਦਾ ਸ਼ਬਦ ਆ ਤੇ ਕਰ ਸਕਦਾ, ਇਹਨਾਂ ਦੋਨਾਂ ਦੇ ਵਿੱਚ ਸਿਰਫ ਪਹਿਲੀ ਗੱਲ ਤਾਂ ਇਹਨਾਂ ਦੋਨਾਂ ਦੇ ਵਿੱਚ ਸਿਰਫ ਇੰਨਾ ਹੀ ਫਰਕ ਆ ਕਿ ਇੱਥੇ ਕਰਦਾ ਲਿਖਿਆ ਉੱਥੇ ਕਰ ਸਕਦਾ ਲਿਖਿਆ, ਹੋਰ ਕੋਈ ਵੱਡਾ ਫਰਕ ਨਹੀਂ। ਤਾਂ ਇਹਦੇ ਬਾਰੇ ਕੁਝ ਵਿਦਵਾਨਾਂ ਦਾ ਇਹ ਮੰਨਣਾ ਕਿ ਇਹ ਜਿਹੜੇ ਕਰਦਾ ਸ਼ਬਦ ਤੇ ਕਰ ਸਕਦਾ ਸ਼ਬਦ ਆ ਇਹਦੇ ਵਿੱਚ ਜਿਹੜਾ ਦਾ ਸ਼ਬਦ ਆ ਰਿਹਾ ਦਾ, ਇਹ ਦੋਨੇ ਇਹਨਾਂ ਨੂੰ ਵੱਖਰਾ ਦੇਖਣ ਦੀ ਲੋੜ ਨਹੀਂ ਹੈ ਜਾਂ ਇਹਨਾਂ ਨੂੰ ਵੱਖਰਿਆਂ ਕਰਕੇ ਵੇਖਣ ਦੀ ਲੋੜ ਨਹੀਂ, ਬਲਕਿ ਇਹ ਇਸ ਵਾਕ ਦਾ ਅੰਦਰੂਨੀ ਹਿੱਸਾ ਹੀ ਆ। ਕਰ ਤੇ ਸਕ ਦਾ ਅੰਦਰੂਨੀ ਹਿੱਸਾ ਹੈ ਦਾ ਸ਼ਬਦ। ਪਰ ਨੌਮ ਚਮਸਕੀ ਕਹਿੰਦਾ ਕਿ ਇਹ ਜਿਹੜੇ ਸ਼ਬਦ ਨੇ ਇਹਦੇ ਵਿੱਚ ਜਿਹੜਾ ਦਾ ਵਿਚਰ ਰਿਹਾ ਉਹ ਇਹਨਾਂ ਦਾ ਅੰਦਰੂਨੀ ਹਿੱਸਾ ਨਹੀਂ, ਬਲਕਿ ਉਹ ਵੱਖਰੇ ਤੌਰ ਤੇ ਸੁਤੰਤਰ ਰੂਪ ਦੇ ਵਿੱਚ ਵਿਚਰ ਰਿਹਾ। ਅਸੀਂ ਇਹਦਾ ਚਾਰਟ ਸਮਝ ਲੈਂਦੇ ਹਾਂ। ਜੋਗਿੰਦਰ ਸਾਡੇ ਕੋਲ ਨਾਂਵ ਵਾਕੰਸ਼ ਆ, ਕੰਮ ਵੀ ਸਾਡੇ ਕੋਲ ਨਾਂਵ ਵਾਕੰਸ਼ ਆ, ਕਿਰਿਆ ਸਾਡੇ ਕੋਲ ਕਾਰ ਆ ਤੇ ਦਾ ਕਾਲ ਸਰੂਪ ਨੂੰ ਪ੍ਰਗਟ ਕਰ ਰਿਹਾ ਤੇ ਸੀ ਕਾਲ ਨੂੰ ਪ੍ਰਗਟ ਕਰ ਰਿਹਾ। ਕਾਲ ਤਾਂ ਸਾਨੂੰ ਪਤਾ ਹੀ ਹੈ, ਭੂਤਕਾਲ, ਭਵਿੱਖ ਕਾਲ, ਵਰਤਮਾਨ ਕਾਲ, ਤਾਂ ਇਹ ਕਾਲ ਨੂੰ ਪ੍ਰਗਟ ਕਰ ਰਿਹਾ ਤੇ ਸਾਰੇ ਨੂੰ ਅਸੀਂ ਕਾਲ ਵਾਕੰਸ਼ ਕਹਿ ਸਕਦੇ ਹਾਂ ਪੂਰੇ ਵਾਕ ਨੂੰ। ਤਾਂ ਜੋਗਿੰਦਰ ਕੰਮ ਕਰ ਤੇ ਇੱਥੇ ਦਾ ਇਹਨਾਂ ਨੇ ਕਰ ਕਿਰਿਆ ਨੂੰ ਲਿਆ ਤੇ ਦਾ ਇਹਨਾਂ ਨੇ ਕਾਲ ਸਰੂਪ ਨੂੰ ਦਰਸਾਉਣ ਦੇ ਲਈ ਲਿਆ। ਉਸੇ ਤਰ੍ਹਾਂ ਦੂਸਰਾ ਜਿਹੜਾ ਸ਼ਬਦ ਆ ਜੋਗਿੰਦਰ ਕੰਮ ਕਰ ਸਕਦਾ ਸੀ, ਇੱਥੇ ਜੋਗਿੰਦਰ ਕੰਮ ਨਾਵਾਕੰਸ਼ ਉਸ ਤੋਂ ਬਾਅਦ ਕਿਰਿਆ, ਸਕ ਬਿਰਤੀਵਾਚਕ ਆ ਤੇ ਕਾਲ ਸਰੂਪ ਇੱਥੇ ਵੀ ਕਾਲ ਸਰੂਪ ਹੀ ਆ ਦਾ ਸੀ ਕਾਲ ਆ, ਅਸੀਂ ਜਾਣਦੇ ਹਾਂ। ਹੁਣ ਇਹ ਜਿਹੜਾ ਦਾ ਸ਼ਬਦ ਆ ਇਹ ਸੁਤੰਤਰ ਤੌਰ ਦੇ ਉੱਤੇ ਕਿਵੇਂ ਵਿਚਰ ਰਿਹਾ, ਉਹ ਕਹਿੰਦੇ ਕਿ ਜੇ ਪਹਿਲੇ ਸ਼ਬਦ ਦਾ ਇਹ ਅੰਦਰੂਨੀ ਹਿੱਸਾ ਹੀ ਹੁੰਦਾ, ਕਰਦਾ ਦਾ ਇਹ ਅੰਦਰੂਨੀ ਹਿੱਸਾ ਹੀ ਹੁੰਦਾ, ਤਾਂ ਇੱਥੇ ਵੀ ਕਰਦਾ ਦੇ ਨਾਲ ਕੱਲਾ ਕਰ ਨਾ ਆਉਂਦਾ ਕਿਰਿਆ ਦੇ ਨਾਲ, ਬਲਕਿ ਕਰਦਾ ਹੀ ਆਉਂਦਾ। ਤਾਂ ਇਹ ਵਾਕ ਬਣਨਾ ਸੀ ਜੋਗਿੰਦਰ ਕੰਮ ਕਰਦਾ ਸਕਦਾ ਸੀ, ਕਿਉਂਕਿ ਦਾ ਸੁਤੰਤਰ ਤੌਰ ਦੇ ਉੱਤੇ ਵਿਚਰ ਸਕਦਾ, ਇਹ ਕਰ ਨਾਲ ਵੀ ਲੱਗ ਸਕਦਾ, ਇਹ ਸਕ ਨਾਲ ਵੀ ਲੱਗ ਸਕਦਾ, ਇਸ ਕਰਕੇ ਇਹ ਸੁਤੰਤਰ ਆ। ਇਹ ਗੱਲ ਜਿਹੜੀ ਨੌਮ ਚਮਸਕੀ ਨੇ ਕਹੀ ਕਿ ਦਾ ਜਿਹੜਾ ਉਹ ਸੁਤੰਤਰ ਸ਼ਬਦ ਦੇ ਤੌਰ ਦੇ ਉੱਤੇ ਵਿਚਰਨ ਦੇ ਸਮਰੱਥ ਆ ਜਾਂ ਉਹ ਵਿਚਰ ਰਿਹਾ ਵਾ ਸੁਤੰਤਰ ਤੌਰ ਦੇ ਉੱਤੇ, ਇਸ ਕਰਕੇ ਅਸੀਂ ਇਹਨੂੰ ਇਹਦਾ ਅੰਦਰੂਨੀ ਹਿੱਸਾ ਜਿਹੜਾ ਉਹ ਨਹੀਂ ਮੰਨ ਸਕਦੇ। ਨੌਮ ਚਮਸਕੀ ਨੇ ਸਾਨੂੰ ਹੋਰ ਵੀ ਕਈ ਅਹਿਮ ਨੁਕਤੇ ਦੱਸੇ, ਜਿਵੇਂ ਕਿ ਸਿਰਜਣਾਤਮਕਤਾ ਤੇ ਪਰਜਨਾਤਮਕਤਾ, ਯੋਗਤਾ ਤੇ ਸਮਰੱਥਾ, ਵਿਆਕਰਣ ਦਾ ਮਾਨਸਿਕ ਯਥਾਰਥ। ਸਭ ਤੋਂ ਪਹਿਲਾਂ ਅਸੀਂ ਸਮਝਦੇ ਹਾਂ ਕਿ ਸਿਰਜਣਾਤਮਕਤਾ ਤੇ ਪਰਜਨਾਤਮਕਤਾ ਕੀ ਆ। ਨੌਮ ਚਮਸਕੀ ਦਾ ਇਹ ਮੰਨਣਾ ਕਿ ਭਾਸ਼ਾ ਦੇ ਥੋੜੇ ਜਿਹੇ ਪੈਟਰਨਾਂ ਤੋਂ ਹੀ ਅਸੀਂ ਜਿਹੜੇ ਅਸੀਮ ਵਾਕ ਨੇ ਜਾਂ ਅਸੀਮ ਸ਼ਬਦ ਨੇ ਉਹਨਾਂ ਨੂੰ ਘੜ ਸਕਦੇ ਆ, ਜਿਸ ਨੂੰ ਕਿ ਅਸੀਂ ਸਿਰਜਣਾਤਮਕਤਾ ਕਹਿੰਦੇ ਆ। ਮਤਲਬ ਕਿ ਅਸੀਂ ਥੋੜੇ ਜਿਹੇ ਭਾਸ਼ਾਈ ਨਿਯਮਾਂ ਨੂੰ ਫੋਲੋ ਕਰਕੇ ਵੀ ਬਹੁਤ ਸਾਰੇ ਸ਼ਬਦ ਜਾਂ ਬਹੁਤ ਸਾਰੇ ਵਾਕ ਦੀ ਘਾੜਤ ਕਰ ਸਕਦੇ ਆ। ਤਾਂ ਉਹਦਾ ਇਹ ਮੰਨਣਾ ਕਿ ਇਸ ਚੀਜ਼ ਨੂੰ ਅਸੀਂ ਸਿਰਜਣਾਤਮਕਤਾ ਜਾਂ ਕ੍ਰੀਏਟੀਵਿਟੀ ਦਾ ਨਾਮ ਦੇ ਸਕਦੇ ਹਾਂ। ਨੌਮ ਚਮਸਕੀ ਦਾ ਮਤ ਇਹ ਆ ਕਿ ਵਿਆਕਰਣ ਦਾ ਕੰਮ ਸਿਰਫ ਭਾਸ਼ਾਈ ਵਾਕਾਂ ਦੀ ਬਣਤਰ ਦੇ ਅੰਦਰ ਨਿਹਿਤ ਜਿਹੜੇ ਕਾਰਜਸ਼ੀਲ ਤੱਤ ਨੇ ਉਹਨਾਂ ਨੂੰ ਲੱਭਣਾ ਹੀ ਨਹੀਂ, ਬਲਕਿ ਵਿਆਕਰਣ ਦੇ ਅੰਦਰ ਉਹਨਾਂ ਨਿਯਮਾਂ ਨੂੰ ਖੋਜਣਾ ਵੀ ਆ, ਉਹ ਸ਼ਬਦਾਂ ਨੂੰ ਲੱਭਣਾ ਵੀ ਆ ਜਿਹੜੇ ਸ਼ਬਦ ਅੱਜ ਤੱਕ ਬੋਲੇ ਜਾਂ ਲਿਖੇ ਨਹੀਂ ਗਏ ਪਰ ਬੋਲੇ ਜਾਂ ਲਿਖੇ ਜਾ ਸਕਦੇ ਆ। ਨੌਮ ਚਮਸਕੀ ਦਾ ਇਹ ਮੰਨਣਾ ਕਿ ਭਾਸ਼ਾ ਜਿਹੜੀ ਹੈ ਸਿਰਫ ਸਿਰਜਣਾਤਮਕਤਾ ਤੱਕ ਸੀਮਤ ਨਹੀਂ ਰਹਿੰਦੀ, ਬਲਕਿ ਉਹਦਾ ਪ੍ਰਜਨਨ ਵੀ ਹੁੰਦਾ। ਮਤਲਬ ਕਿ ਹਰ ਭਾਸ਼ਾ ਬੁਲਾਰਾ ਆਪਣੀ ਸਮਰੱਥਾ ਦੇ ਅਨੁਸਾਰ, ਆਪਣੀ ਯੋਗਤਾ ਦੇ ਅਨੁਸਾਰ ਵੱਖਰੇ ਵੱਖਰੇ ਤੇ ਨਵੇਂ ਸ਼ਬਦ ਘੜਦਾ ਵਾ। ਉਹ ਨਵੇਂ ਸ਼ਬਦ ਹੌਲੀ ਹੌਲੀ ਸਮਾਂ ਪਾ ਕੇ ਉਹ ਭਾਸ਼ਾ ਸਮੂਹ ਨੂੰ ਪ੍ਰਵਾਨ ਹੋ ਜਾਂਦੇ ਨੇ ਤੇ ਸਾਰੇ ਦਾ ਸਾਰਾ ਭਾਸ਼ਾ ਸਮੂਹ ਜਿਹੜਾ ਉਸ ਨਵੇਂ ਸ਼ਬਦ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੰਦਾ। ਤਾਂ ਉਹਦਾ ਇਹ ਮੰਨਣਾ ਕਿ ਸਿਰਫ ਤੇ ਸਿਰਫ ਸਿਰਜਣਾਤਮਕਤਾ ਹੀ ਨਹੀਂ ਹੁੰਦੀ, ਬਲਕਿ ਪਰਜਨਾਤਮਕਤਾ ਵੀ ਹੁੰਦੀ ਆ। ਮਤਲਬ ਹਰ ਭਾਸ਼ਾ ਦੇ ਵਿੱਚ ਨਵੇਂ ਸ਼ਬਦ ਘੜੇ ਜਾਂਦੇ ਨੇ ਤੇ ਨਵੇਂ ਸ਼ਬਦਾਂ ਦਾ ਇਯਾਤ ਜਿਹੜਾ ਉਹ ਕੀਤਾ ਜਾਂਦਾ। ਦੂਸਰਾ ਹੈ ਯੋਗਤਾ ਅਤੇ ਸਮਰੱਥਾ। ਯੋਗਤਾ ਤੇ ਸਮਰੱਥਾ, ਯੋਗਤਾ ਹੁੰਦੀ ਆ ਕਿਸੇ ਭਾਸ਼ਾ ਬੁਲਾਰੇ ਦਾ ਮਾਨਸਿਕ ਯਥਾਰਥ, ਮਤਲਬ ਕਿ ਕੋਈ ਭਾਸ਼ਾ ਬੋਲਣ ਵਾਲੇ ਬੰਦਾ ਕਿੰਨਾ ਕੁ ਜ਼ਿਆਦਾ ਉਸ ਭਾਸ਼ਾ ਨੂੰ
ਜਾਣ ਸਕਦਾ ਜਾਂ ਉਸ ਭਾਸ਼ਾ ਦੇ ਪੈਟਰਨਸ ਦੀ ਸਮਝ ਰੱਖ ਸਕਦਾ, ਉਹਨੂੰ ਅਸੀਂ ਯੋਗਤਾ ਕਹਿੰਦੇ ਹਾਂ। ਮਤਲਬ ਕਿ ਉਹਨੇ ਉਸ ਭਾਸ਼ਾ ਨੂੰ ਸਿੱਖਣ ਦੇ ਉੱਤੇ ਕਿੰਨਾ ਜ਼ੋਰ ਲਾਇਆ, ਉਹਨੂੰ ਉਸ ਭਾਸ਼ਾ ਦੇ ਕਿੰਨੇ ਨਿਯਮ ਪਤਾ ਨੇ। ਸਮਰੱਥਾ ਹੁੰਦੀ ਆ ਹਰੇਕ ਭਾਸ਼ਾਈ ਬੁਲਾਰੇ ਦੀ ਆਪੋ ਆਪਣੀ। ਮਤਲਬ ਮੰਨ ਲਓ ਤੁਹਾਨੂੰ ਪੰਜਾਬੀ ਭਾਸ਼ਾ ਆਉਂਦੀ ਆ, ਤੁਸੀਂ ਪੰਜਾਬੀ ਭਾਸ਼ਾ ਦੇ ਬੁਲਾਰੇ ਹੋ ਤੇ ਤੁਹਾਨੂੰ ਪੰਜਾਬੀ ਭਾਸ਼ਾ ਦੀ ਗ੍ਰਾਮਰ ਬਾਰੇ ਪੂਰਾ ਪਤਾ। ਹੁਣ ਤੁਸੀਂ ਉਸ ਪੰਜਾਬੀ ਭਾਸ਼ਾ ਦੀ ਗ੍ਰਾਮਰ ਨੂੰ ਜਾਣਨ ਤੋਂ ਬਾਅਦ ਵਿਹਾਰਿਕ ਰੂਪ ਦੇ ਵਿੱਚ ਉਹਦੇ ਕਿੰਨੇ ਪੈਟਰਨ ਬੋਲ ਸਕਦੇ ਹੋ ਜਾਂ ਉਹਦੇ ਦੀ ਕਿੱਥੇ ਕਿੱਥੇ ਵਰਤੋਂ ਕਰਦੇ ਆ, ਇਹ ਤੁਹਾਡੀ ਆਪੋ ਆਪਣੀ ਸਮਰੱਥਾ ਤੇ ਨਿਰਭਰ ਕਰਦਾ। ਤਾਂ ਨੋਮ ਚਮਸਕੀ ਦਾ ਇਹ ਮੰਨਣਾ ਕਿ ਹਰੇਕ ਭਾਸ਼ਾਈ ਬੁਲਾਰੇ ਦੀ ਆਪਣੀ ਇੱਕ ਯੋਗਤਾ ਹੁੰਦੀ ਹੈ, ਜਿਹਦੇ ਅਨੁਸਾਰ ਉਹ ਭਾਸ਼ਾ ਨੂੰ ਸਿੱਖਦਾ ਵਾ ਤੇ ਉਸ ਤੋਂ ਬਾਅਦ ਉਸ ਨੂੰ ਲਾਗੂ ਕਰਦਾ ਵਾ ਜਾਂ ਆਮ ਜੀਵਨ ਦੇ ਵਿੱਚ ਉਹਦੀ ਵਰਤੋਂ ਕਰਦਾ ਵਾ, ਜਿਹਦੇ ਬਾਰੇ ਉਹ ਸਮਰੱਥਾ ਸ਼ਬਦ ਵਰਤਦਾ ਕਿ ਹਰ ਭਾਸ਼ਾ ਦੀ ਆਪਣੀ ਇੱਕ ਯੋਗਤਾ ਵੀ ਹੁੰਦੀ ਆ ਤੇ ਸਮਰੱਥਾ ਵੀ ਹੁੰਦੀ ਹੈ। ਅਗਲਾ ਹੈ ਜੀ ਵਿਆਕਰਨ ਦਾ ਮਾਨਸਿਕ ਯਥਾਰਥ। ਨੋਮ ਚਮਸਕੀ ਤੋਂ ਪਹਿਲਾਂ ਹੀ ਮੰਨਿਆ ਜਾਂਦਾ ਸੀ ਕਿ ਹਰੇਕ ਭਾਸ਼ਾ ਇੱਕ ਸਮਾਜ ਦੇ ਅੰਦਰ ਰਹਿ ਕੇ ਸਿੱਖੀ ਜਾ ਸਕਦੀ ਆ। ਮਨੁੱਖ ਇੱਕ ਸਮਾਜਿਕ ਜੀਵ ਆ, ਉਹ ਜਿਸ ਤਰ੍ਹਾਂ ਦੇ ਵੀ ਆਲੇ ਦੁਆਲੇ 'ਚ ਰਹਿੰਦਾ ਉਸ ਤਰ੍ਹਾਂ ਦੀ ਭਾਸ਼ਾ ਨੂੰ ਅਪਣਾ ਲੈਂਦਾ, ਉਸ ਤਰ੍ਹਾਂ ਦੀ ਭਾਸ਼ਾ ਬੋਲਣੀ ਸ਼ੁਰੂ ਕਰ ਦਿੰਦਾ। ਮੰਨ ਲਓ ਤੁਸੀਂ ਪੱਛਮੀ ਸੱਭਿਆਚਾਰ ਦੇ ਜੰਮੇ ਪਲੇ ਹੋ ਤਾਂ ਅੰਗਰੇਜ਼ੀ ਭਾਸ਼ਾ ਨੂੰ ਜਲਦੀ ਸਿੱਖ ਸਕਦੇ ਹੋ, ਅੰਗਰੇਜ਼ੀ ਭਾਸ਼ਾ ਨੂੰ ਜਲਦੀ ਜਾਣ ਸਕਦੇ ਹੋ। ਜੇ ਤੁਸੀਂ ਪੰਜਾਬੀ ਕਲਚਰ ਨਾਲ ਸੰਬੰਧਿਤ ਹੋ ਤਾਂ ਤੁਸੀਂ ਪੰਜਾਬੀ ਭਾਸ਼ਾ ਨੂੰ ਜਲਦੀ ਜਾਣੋਗੇ ਤੇ ਸਮਝੋਗੇ। ਪਰ ਨੋਮ ਚਮਸਕੀ ਨੇ ਇਸ ਜਿਹੜੀ ਦਲੀਲ ਆ ਇਹਨੂੰ ਕੱਟਿਆ ਤੇ ਇਹਦੇ ਵਿੱਚ ਬੜੀ ਵੱਡੀ ਤਬਦੀਲੀ ਲਿਆਂਦੀ। ਨੋਮ ਚਮਸਕੀ ਨੇ ਇੱਕ ਦੋ ਸਵਾਲ ਚੁੱਕੇ। ਉਹਦਾ ਇਹ ਮੰਨਣਾ ਸੀਗਾ ਕਿ ਇੱਕ ਛੋਟਾ ਜਿਹਾ ਬੱਚਾ ਆਪਣੇ ਆਲੇ ਦੁਆਲੇ ਤੋਂ ਭਾਸ਼ਾ ਨਹੀਂ ਸਿੱਖ ਸਕਦਾ, ਕਿਉਂਕਿ ਜਦੋਂ ਅਸੀਂ ਭਾਸ਼ਾ ਨੂੰ ਬੋਲਦੇ ਹਾਂ ਤਾਂ ਉਹਦੇ ਪੂਰੇ ਪੈਟਰਨ ਨਹੀਂ ਬੋਲਦੇ, ਟੁੱਟਵੇਂ ਰੂਪ ਦੇ ਵਿੱਚ ਬੋਲਦੇ ਆ ਜਾਂ ਪ੍ਰਸੰਗਿਕ ਤੌਰ ਤੇ ਬੋਲਦੇ ਆ। ਤਾਂ ਉਹਨਾਂ ਪ੍ਰਸੰਗਾਂ ਨੂੰ ਇੱਕ ਛੋਟਾ ਜਿਹਾ ਬੱਚਾ ਕਿਵੇਂ ਸਮਝ ਸਕਦਾ। ਤੇ ਦੂਸਰੀ ਗੱਲ ਉਹ ਇਹ ਕਹਿਣਾ ਚਾਹੁੰਦਾ ਸੀਗਾ ਕਿ ਇੱਕ ਛੋਟਾ ਬੱਚਾ 4 ਤੋਂ 5 ਸਾਲ ਦੀ ਉਮਰ ਦੇ ਵਿੱਚ ਹੀ ਭਾਸ਼ਾ ਦੇ ਸਾਰੇ ਨਿਯਮਾਂ ਨੂੰ ਜਾਣਨਾ ਸ਼ੁਰੂ ਕਰ ਦਿੰਦਾ, ਔਖੇ ਤੋਂ ਔਖੇ ਨਿਯਮ ਵੀ ਬੱਚਾ ਯਾਦ ਕਰ ਲੈਂਦਾ। ਤਾਂ ਨੋਮ ਚਮਸਕੀ ਨੇ ਦੂਸਰਾ ਸਵਾਲ ਇਹ ਚੁੱਕਿਆ ਕਿ ਇੱਕ ਛੋਟਾ ਬੱਚਾ ਇੰਨੇ ਜਟਿਲ ਪੈਟਰਨ ਨੂੰ ਕਿਵੇਂ ਸਮਝ ਸਕਦਾ। ਉਹਨੇ ਦਲੀਲ ਦਿੱਤੀ ਕਿ ਵਿਆਕਰਨ ਅਸਲ ਦੇ ਵਿੱਚ ਵਿਅਕਤੀ ਦੇ ਅੰਦਰ ਹੀ ਮੌਜੂਦ ਹੁੰਦੀ ਆ, ਮਤਲਬ ਕਿ ਵਿਆਕਰਨ ਜਨਮਜਾਤ ਹੁੰਦੀ ਆ। ਤੁਸੀਂ ਵਿਆਕਰਨ ਜਿਹੜੀ ਆ ਜਾਂ ਜਿਹੜੀ ਭਾਸ਼ਾ ਨੂੰ ਸਮਝਣ ਦਾ ਜਿਹੜਾ ਪੈਟਰਨ ਆ ਉਹ ਤੁਸੀਂ ਸਾਡੇ ਦਿਮਾਗ ਦੇ ਅੰਦਰ ਪਹਿਲਾਂ ਹੀ ਫਿੱਟ ਹੁੰਦਾ ਵਾ। ਜਿਸ ਤਰ੍ਹਾਂ ਦਿਮਾਗ ਦੀਆਂ ਬਾਕੀ ਸੰਰਚਨਾਵਾਂ ਹੁੰਦੀਆਂ ਨੇ, ਇਸੇ ਤਰ੍ਹਾਂ ਭਾਸ਼ਾ ਦੀ ਸੰਰਚਨਾ ਵੀ ਸਾਡੇ ਦਿਮਾਗ ਦੇ ਅੰਦਰ ਪਹਿਲਾਂ ਹੀ ਨਿਹਿਤ ਹੁੰਦੀ ਆ, ਜਿਹਦੇ ਕਰਕੇ ਅਸੀਂ ਕੋਈ ਵੀ ਵਿਆਕਰਨ ਜਿਹੜੀ ਉਹ ਛੋਟੀ ਉਮਰ ਦੇ ਵਿੱਚ ਛੇਤੀ ਸਿੱਖ ਲੈਂਦੇ ਆ, ਜਦਕਿ ਜਦੋਂ ਅਸੀਂ ਵੱਡੇ ਹੋ ਜਾਂਦੇ ਆ ਤਾਂ ਉਹੀ ਚੀਜ਼ ਸਮਝਣ ਦੇ ਲਈ ਸਾਨੂੰ ਜ਼ਿਆਦਾ ਸਮਾਂ ਲੱਗਦਾ। ਤਾਂ ਨੋਮ ਚਮਸਕੀ ਦਾ ਇਹ ਮੰਨਣਾ ਕਿ ਭਾਸ਼ਾ ਜਨਮਜਾਤ ਹੁੰਦੀ ਹੈ। ਜੇ ਪੇਪਰ ਦੇ ਵਿੱਚ ਤੁਹਾਨੂੰ ਪੁੱਛਿਆ ਜਾਵੇ ਕਿ ਨੋਮ ਚਮਸਕੀ ਭਾਸ਼ਾ ਨੂੰ ਕੀ ਮੰਨਦਾ ਤਾਂ ਤੁਸੀਂ ਕਹੋਗੇ ਕਿ ਭਾਸ਼ਾ ਨੂੰ ਉਹ ਜਨਮਜਾਤ ਪੈਟਰਨ ਮੰਨਦਾ, ਮਤਲਬ ਕਿ ਜਨਮ ਤੋਂ ਹੀ ਵਿਅਕਤੀ ਦੇ ਅੰਦਰ ਭਾਸ਼ਾ ਮੌਜੂਦ ਹੁੰਦੀ ਹੈ। ਇਹ ਹੈ ਜੀ ਨੋਮ ਚਮਸਕੀ ਦਾ ਸਮੁੱਚਾ ਭਾਸ਼ਾਈ ਮਾਡਲ, ਜਿਹਦੇ ਬਾਰੇ ਅੱਜ ਅਸੀਂ ਚਰਚਾ ਕੀਤੀ। ਉਮੀਦ ਕਰਦੇ ਹਾਂ ਕਿ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇਗੀ। ਅਸੀਂ ਦੇ ਰਹੇ ਹਾਂ UGC ਨੈਟ ਦੀ ਕੋਚਿੰਗ। ਸਾਨੂੰ ਇਹਨਾਂ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ। ਤੁਹਾਡਾ ਕੋਈ ਹੋਰ ਸਵਾਲ ਹੋਵੇ ਤਾਂ ਵੀ ਤੁਸੀਂ ਸਾਨੂੰ ਇਸ ਨੰਬਰ ਦੇ ਉੱਤੇ ਜਿਹੜਾ ਫੋਨ ਕਰਕੇ ਪੁੱਛ ਸਕਦੇ ਹੋ। ਤੁਸੀਂ ਕਿਸੇ ਹੋਰ ਵਿਸ਼ੇ ਦੇ ਉੱਤੇ ਵੀਡੀਓ ਬਣਵਾਉਣਾ ਚਾਹੁੰਦੇ ਹੋ ਤਾਂ ਸਾਨੂੰ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਅਸੀਂ ਹੋਰ ਕਿਸ ਵਿਸ਼ੇ ਦੇ ਉੱਤੇ ਤੁਹਾਡੇ ਲਈ ਵੀਡੀਓ ਲੈ ਕੇ ਆਈਏ। ਮੈਂ ਉਮੀਦ ਕਰਦੀ ਹਾਂ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇਗੀ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਦੇ ਲਈ ਰੱਬ ਰੱਖ।